ਪਹਿਲਾਂ ਤਾਕੀ ਰਜਾਏ ਲਿਖਿਆ ਪਾਏ। अब क्या कीजै पांडे, हुक्म हुआ हासिल तदे होए निबड़िया। हंडै जी कमांदे महला दूजा, नक नथ खसम हथ किरत धक्के दे। जहाँ दाने तां खाने, नानका सच है। पौड़ी सभे गल्लां आप ठाट बहालियों। आपे रचन रचाए आपे ही कहलियों। आपे जंत उपाए आप प्रतिपालियों। दास रखे कंठ लाए नदर निहालियों। नानक भगतां तदा आनंद भाओ दूजा जालियों। वाहिगुरु जी का खालसा वाहिगुरु जी की फतेह। धन धन श्री गुरु नानक देव जी महाराज ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਦੋ ਪੰਕਤੀਆਂ ਦਾ ਸ਼ਲੋਕ। ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਦੋ ਪੰਕਤੀਆਂ ਦਾ ਸ਼ਲੋਕ ਅਤੇ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਇਹ ਪੌੜੀ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਜਿਵੇਂ ਕਿ ਦਾਸ ਪਹਿਲਾਂ ਵੀ ਕਈ ਵਾਰੀ ਬੇਨਤੀ ਕਰ ਚੁੱਕਾ ਹੈ ਕਿ ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਅੱਖਰੀ ਅਰਥ ਕੀਤੇ ਹਨ, ਟੂ ਦੀ ਪੁਆਇੰਟ ਕੀਤੇ ਹਨ, ਪਰ ਜਿਹੜੇ ਸਾਡੇ ਸਤਿਕਾਰਯੋਗ ਸੰਪਰਦਾਇ ਗਿਆਨੀ ਹਨ ਉਹਨਾਂ ਨੇ ਸੰਪਰਦਾਇ ਤਰੀਕੇ ਨਾਲ ਉਹਨਾਂ ਦੋ ਦੋ ਪੰਕਤੀਆਂ ਦੇ ਸ਼ਲੋਕਾਂ ਦਾ ਬੜਾ ਵਿਸਥਾਰ ਕੀਤਾ। ਉਹਦੇ ਨਾਲ ਕਈ ਕਈ ਸਾਖੀਆਂ ਪ੍ਰਸੰਗ ਜੋੜੇ ਹਨ। ਇਹ ਠੀਕ ਹੈ ਕਿ ਗੱਲ ਖੁੱਲ੍ਹ ਜਾਂਦੀ ਹੈ, ਆਮ ਜਗਿਆਸੂ ਨੂੰ ਸਮਝ ਆ ਜਾਂਦਾ, ਪਰ ਕਈ ਵਾਰੀ ਜਦੋਂ ਇੱਕ ਪੰਕਤੀ ਜਾਂ ਇੱਕ ਅੱਖਰ ਦੇ ਕਈ ਅਰਥ ਕੀਤੇ ਜਾਣ ਤੇ ਜਿਹੜੇ ਆਮ ਪੱਧਰ ਦੇ ਸਰੋਤੇ ਹਨ ਉਹ ਸਗੋਂ ਉਲਝ ਜਾਂਦੇ ਤੇ ਉਹਨਾਂ ਦੇ ਉਲਝਣ ਦਾ ਕਾਰਨ ਉਹ ਇਹ ਨਿਰਣਾ ਨਹੀਂ ਕਰ ਸਕਦੇ ਕਿ ਇਹ ਅਰਥ ਠੀਕ ਨੇ ਕਿ ਇਹ ਅਰਥ ਠੀਕ ਨੇ। ਤੋ ਗੱਲ ਕੀ, ਇਹ ਸ਼ਲੋਕ ਦੋ ਪੰਕਤੀਆਂ ਦਾ, ਇਹਦੇ 'ਚ ਅੱਖਰ ਇੱਕ ਪਾਂਡੇ ਆਇਆ ਤੇ ਪਾਂਡੇ ਸ਼ਬਦ ਜਿਹੜਾ ਇਹ ਆਮ ਤੌਰ 'ਤੇ ਉਹਨਾਂ ਪਾਂਡਿਆਂ ਲਈ ਜਿਹੜੇ ਤੀਰਥ ਸਥਾਨਾਂ ਉੱਤੇ ਆਏ ਹੋਏ ਜਜਮਾਨਾਂ ਕੋਲੋਂ ਸ਼ਰਧਾਲੂਆਂ ਕੋਲੋਂ ਦਾਨ ਮੰਗਦੇ ਹਨ। ਕਹਿੰਦੇ ਨੇ ਇਸੇ ਤਰ੍ਹਾਂ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਦਾ ਉਧਾਰ ਕਰਦੇ ਹੋਏ, ਇਹ ਤਾਂ ਸਾਨੂੰ ਸਭ ਨੂੰ ਪਤਾ ਹੈ ਕਿ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਆ, ਉਹ ਸਾਰੇ ਹਿੰਦੂ ਮਤ ਦੇ ਤੀਰਥਾਂ 'ਤੇ ਵੀ ਗਏ, ਇਸਲਾਮ ਮਤ ਦੇ ਵੀ ਤੀਰਥਾਂ 'ਤੇ ਗਏ, ਜੋਗੀਆਂ ਦੇ ਅਸਥਾਨਾਂ 'ਤੇ ਵੀ ਗਏ। ਇਹ ਗੱਲ ਪਤਾ ਤਾਂ ਲੱਗਦੀ ਜੇ ਅਸੀਂ ਗੁਰੂ ਸਾਹਿਬਾਨ ਦਾ ਜੀਵਨ ਪੜ੍ਹੀ ਤਾਂ, ਕਿਉਂਕਿ ਕੁਰੂਕਸ਼ੇਤਰ ਸਾਡੇ ਬਿਲਕੁਲ ਨੇੜੇ ਹੈ ਤੇ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇੱਕ ਗੁਰੂ ਘਰ ਵੀ ਮੌਜੂਦ ਹੈ। ਉਹ ਤਾਂ ਬਹੁਤ ਸਾਰੇ ਗੁਰੂ ਘਰ ਨੇ, ਪਹਿਲੇ ਪਾਤਸ਼ਾਹ ਵੀ ਆਏ ਨੇ, ਤੀਜੇ ਪਾਤਸ਼ਾਹ ਵੀ ਆਏ ਨੇ,
ਛੋਟੇ ਹੁੰਦਿਆਂ ਅਸੀਂ ਪੰਜਵੇਂ ਪਾਤਸ਼ਾਹ ਦਾ ਵੀ ਇੱਕ ਸਥਾਨ ਦੇਖਿਆ, ਪਰ ਹੁਣ ਨਾ ਸੰਭਾਲ ਕਰਨ ਕਰਕੇ ਉਹ ਲਗਭਗ ਅਲੋਪ ਹੋ ਚੁੱਕਾ। ਛੇਵੇਂ ਪਾਤਸ਼ਾਹ ਵੀ ਆਏ ਨੇ, ਸੱਤਵੇਂ ਪਾਤਸ਼ਾਹ ਵੀ ਆਏ ਨੇ, ਨੌਵੇਂ ਪਾਤਸ਼ਾਹ ਵੀ ਆਏ ਨੇ, 10ਵੇਂ ਪਾਤਸ਼ਾਹ ਵੀ ਆਏ। ਕਿਉਂਕਿ ਤੀਰਥਾਂ 'ਤੇ ਜਾਣ ਦਾ ਮਕਸਦ ਕੀ ਸੀ ਕਿ ਉੱਥੇ ਲੋਕ ਇਕੱਠੇ ਹੁੰਦੇ ਨੇ ਅਤੇ ਉਹਨਾਂ ਇਕੱਠੇ ਹੋਏ ਲੋਕਾਂ ਨੂੰ ਉਪਦੇਸ਼ ਕਰਨਾ, ਸਮਝਾਉਣਾ ਸੁਖੈਨ ਰਹਿੰਦਾ। ਕਿਉਂਕਿ ਜਿੱਥੇ ਆਮ ਲੋਕ ਇਕੱਠੇ ਹੋਏ ਹੋਣ ਉੱਥੇ ਉਹਨਾਂ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢਣਾ ਇਹ ਪਰਉਪਕਾਰ ਹੈ। ਅਤੇ ਗੁਰੂ ਨਾਨਕ ਪਾਤਸ਼ਾਹ ਤੇ ਆਏ ਇਸੇ ਵਾਸਤੇ ਸਨ। ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜਾਂ ਕਾਂ ਤਾਂ ਭਰਪੂਰ ਸ਼ਬਦ ਦੀਪਕ ਦੀਪਾਇਓ, ਜੇ ਸਿੱਖਾਂ ਸੰਗ ਰਹਿਓ ਤਤ ਹਰ ਚਰਨ ਮਿਲਾਇਓ। ਤੋ ਕਹਿਣ ਦਾ ਮਤਲਬ ਜਗਤ ਗੁਰੂ ਨਾਨਕ ਪਾਤਸ਼ਾਹ ਜੀ ਬਹੁਤ ਭਰਮਣ ਕੀਤਾ ਹੈ, 4 ਉਦਾਸੀਆਂ ਕੀਤੀਆਂ ਨੇ, ਅਤੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋ। ਤੋ ਪਾਂਡੇ ਅੱਖਰ ਜਿਹੜਾ ਇਹ ਸਾਡਾ ਧਿਆਨ ਇਸ ਪਾਸੇ ਦਿਵਾਉਂਦਾ ਹੈ ਕਿ ਜਗਤ ਗੁਰੂ ਨਾਨਕ ਪਾਤਸ਼ਾਹ ਨੇ ਕਿਸੇ ਪਾਂਡੇ ਨੂੰ ਉਪਦੇਸ਼ ਕੀਤਾ। ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਸੁਣ ਕੇ ਪਾਂਡੇ ਲੋਕਾਂ ਦਾ ਸੁਭਾਅ ਹੈ, ਅੱਜ ਵੀ ਜਾਈਏ ਤੀਰਥਾਂ ਉੱਤੇ, ਉਹ ਉੱਥੇ ਗਏ ਜਜਮਾਨਾਂ ਕੋਲੋਂ ਬਹੁਤ ਕੁਛ ਮੰਗਦੇ ਨੇ, ਮੰਗੀ ਜਾਂਦੇ ਨੇ, ਰੱਜਦੇ ਹੀ ਨਹੀਂ। ਭਾਵੇਂ ਕੋਈ ਦੁੱਖ ਵਿੱਚ ਗਿਆ ਹੋਵੇ, ਸੁੱਖ ਵਿੱਚ ਗਿਆ ਹੋਵੇ, ਖੁਸ਼ੀ 'ਚ ਗਿਆ ਹੋਵੇ, ਮੰਗੀ ਜਾਂਦਾ, ਮਾਨੋ ਉਹਨਾਂ ਦਾ ਇੱਕ ਸੁਭਾਅ ਬਣ ਜਾਂਦਾ। ਭਾਵੇਂ ਗੁਰੂ ਕੇ ਸਿੱਖ ਨਹੀਂ ਜਾਂਦੇ, ਪਰ ਇਹ ਗੱਲ ਤੇ ਪ੍ਰਚਲਿਤ ਹੈ ਨਾ। ਤੋ ਜਗਤ ਗੁਰੂ ਨਾਨਕ ਪਾਤਸ਼ਾਹ ਤੇ ਇਸ ਲਈ ਗਏ ਕਿ ਉਹਨਾਂ ਨੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਣਾ। ਤੋ ਕਹਿੰਦੇ ਨੇ ਜਦੋਂ ਮਹਾਰਾਜ ਕੁਰੂਕਸ਼ੇਤਰ ਵਿੱਚ ਟਿਕੇ ਹੋਏ ਸਨ ਅਤੇ ਕਈ ਲੋਕ ਦਾਨ ਮੰਗਣ ਆਉਂਦੇ, ਕਈ ਸਾਖੀਆਂ ਇਹਦੇ ਨਾਲ ਜੁੜੀਆਂ ਹੋਈਆਂ ਨੇ। ਤੋ ਖੈਰ ਇੱਕ ਪਾਂਡਾ ਆਇਆ, ਕਹਿੰਦਾ ਮਹਾਰਾਜ ਤੁਸੀਂ ਜਗਤ ਗੁਰੂ ਹੋ, ਮੈਨੂੰ ਦਾਨ ਦਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੌਤਕ ਤੇ ਉਹ ਹੀ ਜਾਣਦੇ ਨੇ। ਮਰਦਾਨੇ ਨੂੰ ਕਿਹਾ ਭਾਈ ਇਹਨੂੰ ਦਾਨ ਦੇ ਦੇ। ਇਹਦੇ ਨਾਲ ਹੁਣ ਕਿੰਨੀਆਂ ਹੀ ਸਾਖੀਆਂ ਨੇ ਵੀ ਮਹਾਰਾਜ ਨੇ ਕਿਹਾ ਧਰਤੀ ਪੱਟ, ਉਹਦੇ ਵਿੱਚੋਂ 100 ਰੁਪਏ ਨਿਕਲੇ, ਉਹ ਉਸ ਪਾਂਡੇ ਨੂੰ ਦਿੱਤੇ। ਉਹ ਕਹਿੰਦਾ ਮਹਾਰਾਜ ਕੁਝ ਹੋਰ ਦਿਓ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣਗੇ ਹੇ ਪਾਂਡੇ, ਤਾਂ ਕੀ ਰਜਾਏ ਲਿਖਿਆ ਪਾਏ, ਜੋ ਉਸ ਮਾਲਕ ਦੀ ਰਜ਼ਾ ਵਿੱਚ ਤੇਰੇ ਮੱਥੇ ਤੇ ਲਿਖਿਆ ਸੀ ਤੈਨੂੰ ਮਿਲ ਗਿਆ। ਹੁਣ ਤੈਨੂੰ ਝੁਰਨਾ ਨਹੀਂ ਚਾਹੀਦਾ, ਤੈਨੂੰ ਹੋਰ ਲਾਲਚ ਨਹੀਂ ਕਰਨਾ ਚਾਹੀਦਾ। ਤੇਰੇ ਕਰਮਾਂ ਵਿੱਚ ਉਸ ਵਾਹਿਗੁਰੂ ਅਕਾਲ ਪੁਰਖ ਨੇ ਇੰਨਾ ਹੀ ਲਿਖਿਆ ਸੀ। ਹੁਣ ਇਸ ਪੰਗਤੀ ਨੂੰ ਪਾਂਡੇ ਦੀ ਬਜਾਏ ਅਸੀਂ ਆਪਣੇ ਤੇ ਝੁਕਾ ਕੇ ਦੇਖੀ, ਸਾਡੀ ਵੀ ਇਹੋ ਹਾਲਤ। ਰੋਜ਼ ਆਖੈ ਮੰਗੈ ਦੇ ਮੰਗਦੇ ਹੋਏ ਥੱਕਦੇ ਹੀ ਨਹੀਂ। ਇੱਕ ਚੀਜ਼ ਮੰਗ ਕੇ ਹਟਦੇ ਹਾਂ, ਦੂਜੀ ਤਿਆਰ। ਉਹ ਆਮ ਕਹਾਵਤ ਮੁਹਾਵਰਾ, ਭੰਡੋ ਭੰਡਾਰੀਏ ਕਿੰਨਾ ਕੁ ਭਾਰ, ਇੱਕ ਮੁੱਠੀ ਚੱਕ ਲੈ ਦੂਜੀ ਤਿਆਰ। ਸਾਡੀਆਂ ਮੰਗਾਂ ਮੁੱਕਦੀਆਂ ਹੀ ਨਹੀਂ। ਪਰ ਜੇ ਨਿਸ਼ਚਾ ਹੋ ਜਾਏ ਕਿ ਜੋ ਸਾਡੀ ਪ੍ਰਾਰਬਧ ਹੈ ਉਹ ਸਾਨੂੰ ਮਿਲ ਜਾਣਾ। ਬਾਣੀ ਵਿੱਚ ਵੀ ਲਿਖਿਆ, ਪਹਿਲੋਂ ਦੇ ਤੈਂ ਰਿਜ਼ਕ ਸੰਭਾਹ, ਪਿੱਛੋਂ ਦੇ ਤੈਂ ਜਨ ਤੁਪਾ। ਪਰਮਾਤਮਾ ਨੇ ਹਰ ਜੀਵ ਦੀ ਪ੍ਰਾਰਬਧ ਪਹਿਲਾਂ ਹੀ ਲਿਖ ਦਿੱਤੀ, ਪਰ ਅਸੀਂ ਉੱਥੇ ਟਿਕਦੇ ਨਹੀਂ। ਤੁਲਸੀਦਾਸ ਵਰਗੇ ਨੇ ਵੀ ਲਿਖਿਆ ਕਿ ਪਹਿਲੇ ਬਣੀ ਪ੍ਰਾਰਬਧ,
पाछे बना शरीर। तुलसी अचरज एक है, मन नहीं बांधे धीर। तो एक पांडे की गल की करिए, असी सारे ही सब संतुष्टि होंदी नहीं। जे परमात्मा कोलों कुछ मंगिया मिल गया, फिर होर साडियां मंगां दा सिलसिला मुकदा ही नहीं। पर गुरु नानक पातशाह जी उस पांडे नूं मुख रख के ये बचन करते हैं, पर यह है साडे सारिਆਂ ਲਈ। क्योंकि पिछे असी श्लोक विचारिया सी, पर थाए साखी महापुरख बोलदे, सांझी सगल जान ने। महापुरखों के जिहड़े बचन हुंदे ने, भावें वो किसी प्राणी के परथाए हुंदे ने, पर हुंदे सारे जगत लई सांझे। भावें गुरु नानक पातशाह जी ने ये उपदेश कुरुक्षेत्र दे पांडे परताए दिता, पर है तो साडे सारिਆਂ ਲਈ। ताकि रजाए लेखिया पाए, असी ओह कुछ प्राप्त करते हैं जो परमात्मा ने साडे कीते हुए कर्मां अनुसार साडे भाग विच लिखे। अब क्या कीजै पांडे, अब हुण हे पांडे झुरन की की लोड़ है, अफसोस करन की की लोड़ है। हुण कुछ नहीं हो सकता। तेरी परारब्ध विच जो परमात्मा वालों लिखे वो तैनूं मिल गया। ये गल सानूं सारिਆਂ ਨੂੰ समझनी चाहिए। पर देखो अपने अंदर झात मार के कि असी रजा विच राजी रहने। चाहिदा ते है कि उसकी रजा विच राजी। जिव जिव तेरा हुक्म तिवै तिव होमना, जां जां रखे आप तां जाए खड़ोमना। ताकि रजाए लिखिया पाए। हुण अखर ते बड़े थोड़े ने, पर इन्हां दा भाव बड़ा डूंगा है। ताकि उस परमात्मा की रजाए, रजा दे अंदर जो जो साडे मत्थे ते लिखे वो पाए पाउणा। जगत गुरु गुरु नानक पातशाह ते किन्ना कुछ कह के कहते ने कि त्या दुख भूख सदमार, बहुता कर्म लिखिया न जाए, बड़ा दाता तिल न तमाए। परमात्मा बड़ा बड़ा दाता, उन्हों तिल जिन्ना तमा भी नहीं, और वो सानू बड़ियां बख्शां करदा। पर उहदे दर ते मंगते भी किन्ने हन, कोई अंत नहीं। वो बहुत कुछ दिंदा है। तो गल की इस एक पंक्ति नूं कितने विस्तार नाल समझाया जाए, निचोड़ इहदा इक्को ही है। ताकि रजाए लिखिया पाए। उस मालक की रजा दे अंदर जो जो जिस जीव दे मत्थे ते लिखे है वही उन्होंने प्राप्त करना, उन्होंने प्राप्त हो जाना है। अब क्या कीजै पांडे, हे पांडे हुण की कीता जा सकता, हुण झुरिया की बनता। गुरबाणी तो इत्थे तक समझाउंदी है, प्यारिओ मम्मा मंगन हार एआना, देन हार दे रहे हो सुजाना। असी मंगण वाले जीव एआने हाँ। साडी हालत उस बच्चे वांगू जिहड़ा हर वेले री री करी जाता है, सब कुछ लई भी जाता है, वरती भी जाता है, खाई भी जाता है, फिर भी री री करी जाता। गुरबाणी कहती री री ना करो। मम्मा मंगन हार एआना, देन हार दे रहे हो सुजाना। जो दीनो सो एक है बार, मन मूर्ख का करें पुकार। जो मांगे तो मांगे बिया, जाते कुशल न काहू थिया। मांगण मांगता एक है मांग, नानक जाते परें पराग। ताकि रजाए लिखिया पाए। अब क्या कीजै पांडे, हुक्म होआ हासिल तदे होए निबड़िया।
आख्या जो मेरे मालक वालों हुक्म होया तदों ये फैसला होया ते उस दे हुक्म अनुसार जीव नूं ये सब कुछ प्राप्त होंदा और उस दे हुक्म के मुताबिक हंडैं जी कमांदे। हंडैं का मतलब है फिरदे हैं। ये जीव लिखे अनुसार कर्म कमांदे फिरदे। कोई किधरे तुरिया जाता, कोई किधरे तुरिया जाता। तृप्ति तो उसकी किरपा नाल ही होंदी। पातशाह ने तो समझाया, जे कोई कहे कि मैं बहुता धन कमा के सुखी हो जाऊँ, फिर भी नहीं। कोई कहता मैं अपना देश छड्ड के दूजे देश चल जाऊँ, फिर सुखी हो जाऊँ। नहीं भाई, जो साडे कर्मां विच है वो मिलना है। तो इसलिए पातशाह कहते हाँ, जीव कीते हुए कर्मां अनुसार हंडे फिरदे ने। सुख नाही बहुते तन खाटे, सुख नाही पेखे निरत नाटे, सुख नाही बहु देश कमाए, सर्व सुखा हर हर गुण गाए। तो अगलियां दो पंक्तियां विच गुरु अंगद देव पातशाह भी फरमाते, भाई जीवां दे वस कुछ नहीं। नक नथ खसम हथ किरत धक्के दे। नक कक्के नूं सियारी, नक विच नथ। उस परमात्मा दे हुक्म दी नथ सारे जीवां दे नक विच। आप नाथ नाथी सब जाकी। परमात्मा नाथ है। ये सारी सृष्टि दे जीव ਉਹਦੇ हुक्म रूपी नथ विच नथे होए। नक नथ खसम हथ उस मालक दे हथ विच। किरत धक्के दे साडी जिहड़ी कीते होए कामां दी किरत है। जिवें गुरु अर्जन देव पातशाह ने 12 माह दे संबंध लिखे, किरत कर्म के विछुड़े, कर किरपा मेलो राम, चार कुंड दादिस ब्रह्मे, थक आए प्रभ की साम। आख्या सी जीव अपने कीते हुए पूर्वले जन्म के कर्मां अनुसार भटक रहे, पर हे वाहिगुरु साडे ते किरपा करो। नक नथ खसम हथ किरत धक्के दे, जहाँ दाने तां खाने, नानका सच है। भाई जिथे जिथे जिस जीव दे दाने लिखे हुए ने, आम असीं सुनते सी कौन किसे कोल आंदा दाना पानी खिच के लियांदा। भाव जिसका जिथे लिखिया होया उन्होंने जाना पैना। ਇਹਦੇ ਉੱਤੇ कई विद्वानां ने कई साखियां लिखी। कहते किसे ने एक मकई का दाना हथ विच फड़िया, कोई कहता गुरु नानक साहब ने किया, कोई कहता किसी फकीर ने किया। ये दाना फलाने देश विच एक मुर्गी खाई, कोई चंचल बंदा उन्हें चुक के मूँह च पाने का यत्न किया, आंदा मुर्गी खाए, मैं उन्हें खा के विखाना। वो मूँह च पाउंदा, वो मूँह विच जाण दी बजाए नक विच चढ़ गया। हुण बड़ा दुखी है, नक विच बड़ी तकलीफ है, दाना निकलता नहीं। कहते उन्होंने किसी ने कहा कि फलाने देश विच एक हकीम है, वो तकलीफ तो मारिया उत्थे चला गया। कहते उत्थे जदों गया उन्होंने अपनी तकलीफ दसी, उन्हें कहा भी आ दवाई ले लै ते सूरज वाल मूँह करके खड़ा हो जा। जदों उन्हें सूरज वाल मूँह करके खड़ा होया, उन्होंने बड़े जोर की निछ आई ते वो दाना जिहड़ा उहदे नक विच फसिया सी, वो निछ आउण करके निकलिया ते धरती ते डिगदियां सार मुर्गी ने खा लिया। तो साखियां सानूं समझाउण वास्ते ने
ਤੋ ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ, ਪਿਆਰਿਓ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਾਂ ਦਾਣੇ ਤਾਂ ਖਾਣੇ, ਨਾਨਕਾ ਸੱਚ ਹੈ। ਇਹ ਹੈ ਅਸਲੀਅਤ, ਕਿ ਜਿੱਥੇ ਜਿੱਥੇ ਜੀਵ ਦਾ ਕੋਈ ਦਾਣਾ ਪਾਣੀ ਰੜਿਆ, ਉਹਨੂੰ ਉੱਥੇ ਹੀ ਜਾਣਾ ਪੈਂਦਾ। ਉਹਨੂੰ ਉਹਦੇ ਕਿਰਤ ਕਰਮ ਧੱਕ ਕੇ ਲੈ ਜਾਂਦੇ। ਪੌੜੀ ਸਭੇ ਗੱਲਾਂ ਆਪ ਥਾਟ ਬਾਲੀਓਂ। ਗੁਰੂ ਪਾਤਸ਼ਾਹ ਕਹਿੰਦੇ ਨੇ, ਪਰਮੇਸ਼ਵਰ ਨੇ ਆਪ ਹੀ ਸਾਰੇ ਜਗਤ ਦੀਆਂ ਵਿਉਂਤਾਂ ਬਣਾ ਕੇ ਥਾਟ ਬਹਾਲੀਆਂ, ਇਹ ਸਾਰੇ ਸੰਸਾਰ ਦਾ ਪ੍ਰਬੰਧ ਕੀਤਾ। ਰੋਜ਼ ਅਸੀਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਸੰਜੋਗ ਵਿਜੋਗ ਦੋਇ ਕਾਰ ਚਲਾਵੇਂ, ਲੇਖੇ ਆਵੇਂ ਭਾਗ। ਇਹ ਜੀਵਾਂ ਦਾ ਮਿਲਣਾ ਵਿਛੜਨਾ ਕਿਸੇ ਦੇ ਆਪਣੇ ਵੱਸ ਵਿੱਚ। ਜਿੱਥੇ ਅਸੀਂ ਕਦੇ ਜਾਣ ਲਈ ਚਿਤਵਿਆ ਵੀ ਨਹੀਂ ਜਾਂਦਾ, ਉੱਥੇ ਵੀ ਜਾ ਉਹ ਭੇਜ ਦਿੰਦਾ। ਮਤਾ ਕਰੇ ਪੱਛਮ ਕੇ ਤਾਈ, ਪੂਰਬੇ ਹੀ ਲੈ ਜਾਤ। ਅਸੀਂ ਤੇ ਸਾਰੇ ਪੁਤਲੀਆਂ ਵਾਂ। ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ, ਕਾਠ ਕੀ ਪੁਤਰੀ ਕਾਹ ਕਰੇ ਬਪਰੀ, ਖਿਲਾਵਨ ਹਾਰੋ ਜਾਨੇ, ਸਭੇ ਗੱਲਾਂ ਆਪ ਥਾਟ ਬਾਲੀਓਂ। ਪਰਮਾਤਮਾ ਨੇ ਆਪ ਹੀ ਇਹ ਸਾਰੇ ਜਗਤ ਦੀਆਂ ਵਿਉਂਤਾਂ ਬਣਾਈਆਂ ਨੇ। ਜਿਸ ਨੂੰ ਜਿੱਥੇ ਜਿੱਥੇ ਪੈਦਾ ਕਰਨਾ, ਭੇਜਣਾ, ਇਹ ਸਭ ਡਿਊਟੀਆਂ ਉਹਨੇ ਆਪ ਲਾਈਆਂ। ਆਪੇ ਰਚਨ ਰਚਾਏ, ਆਪੇ ਹੀ ਘਾਲਿਓਂ। ਉਸਨੇ ਆਪ ਹੀ ਇਹ ਸਾਰੀ ਰਚਨਾ ਰਚੀ, ਆਪ ਹੀ ਜੀਵਾਂ ਨੂੰ ਧੰਦਿਆਂ ਤੇ ਲਾਇਆ। ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਰੋਜ਼ ਚੌਪਈ ਵਿੱਚ ਸਮਝਾਉਂਦੇ ਕਿ ਇਹ ਸਾਰੀ ਖੇਡ ਪਰਮਾਤਮਾ ਦੀ ਆਪਣੀ ਮੌਜ ਵਿੱਚ। ਜਬ ਉਦਕਰਖ ਕਰਾ ਕਰਤਾਰਾ, ਪਰਜਾ ਤਰਤ ਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੋ ਕਬਹੂੰ, ਤੁਮ ਮੈਂ ਮਿਲਤ ਦੇਹ ਧਰ ਸਭੂੰ। जेते बदन श्रेष्ठ सब धारे, आप अपनी बूझ उचारे। तुम सभी ते रहत निरालम, जानत भेद भेद अर आलम। सभे गल्लां आप थाट बालियों, आपे रचन रचाए आपे ही कालियों। आपे जंत्यो पाए आप प्रतिपालियों। आप ही जीवां नूं पैदा करना, आप ही इन्हां दी प्रतिपाला करना। दास रखे कंठ लाए, नदर निहालियों। ते जिन्हां नूं ਉਹ ਆਪਣੇ ਸੇਵਕ ਬਣਾ ਕੇ ਆਪਣੇ ਗਲੇ ਨਾਲ ਲਾ ਲੈਂਦਾ, ਉਹਨਾਂ ਉੱਤੇ ਆਪਣੀ ਮਿਹਰ ਦੀ ਨਜ਼ਰ ਕਰ ਦਿੰਦਾ। ਉਹ ਅੱਠੇ ਪੈਰ ਉਸ ਦਾ ਸਿਮਰਨ ਕਰਦੇ। ਨਾਨਕ ਭਗਤਾਂ ਸਦਾ ਆਨੰਦ, ਭਾਉ ਦੂਜਾ ਜਾਲਿਓਂ। ਨਾਨਕ ਜੀ ਫਰਮਾਉਂਦੇ ਨੇ, ਜਿਨ੍ਹਾਂ ਉੱਤੇ ਉਸ ਦੀ ਮਿਹਰ ਹੋ ਜਾਂਦੀ, ਜਿਨ੍ਹਾਂ ਉੱਤੇ ਉਹ ਪ੍ਰਸੰਨ ਹੋ ਜਾਂਦਾ, ਉਹ ਸਦਾ ਹੀ ਮਾਇਆ ਦਾ ਪਿਆਰ ਛੱਡ ਕੇ ਪਰਮਾਤਮਾ ਦੇ ਪਿਆਰ ਵਿੱਚ ਲੱਗ ਜਾਂਦੇ ਔਰ ਅੱਠੇ ਪੈਰ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਸਿਮਰਨ ਕਰਦੇ ਨੇ। ਤਾਂ ਗੁਰੂ ਪਾਤਸ਼ਾਹ ਨੇ ਦੋ ਦੋ ਪੰਕਤੀਆਂ ਦੇ ਅੰਦਰ ਇਤਨਾ ਡੂੰਘਾ ਗਿਆਨ ਸਾਨੂੰ ਜੀਵਾਂ ਨੂੰ ਬਖਸ਼ਣਾ ਕੀਤਾ। ਆਓ ਉਹਦੀ ਰਜ਼ਾ ਵਿੱਚ ਰਾਜ਼ੀ ਰਹੀਏ, ਉਹਦੇ ਹੁਕਮ ਵਿੱਚ ਚੱਲੀਏ। ਗੁਰੂ ਨਾਨਕ ਪਾਤਸ਼ਾਹ ਨੇ ਤੇ ਪਹਿਲੀ ਪੌੜੀ ਵਿੱਚ ਹੀ ਨਿਬੇੜ ਦਿੱਤਾ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।